ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਜਬ ਲਗ ਦੁਨੀਆ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆਂ ਮਰ ਰਹੀਐ। ਜਬ ਲਗ ਦੁਨੀਆ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆਂ ਮਰ ਰਹੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਆਪਾਂ ਸਤਿਗੁਰਾਂ ਦੀ ਬਾਣੀ ਦੇ ਮਾਧਿਅਮ ਦੇ ਰਾਹੀਂ ਵਿਚਾਰ ਕਰਨੀ ਕਰਾਂਗੇ। ਕਿਸ ਤਰ੍ਹਾਂ ਸਤਿਗੁਰਾਂ ਦੀ ਬਾਣੀ ਸਾਨੂੰ ਜੀਵਨ ਦੇ ਕਈ ਅਹਿਮ ਪੱਖਾਂ ਦੇ ਉੱਪਰ ਗੁਰਬਾਣੀ ਦੇ ਚਾਨਣ ਦੇ ਰਾਹੀਂ ਅਸੀਂ ਆਪਣੇ ਜੀਵਨ ਦੇ ਕਈ ਪੱਖਾਂ ਨੂੰ ਬੜੇ ਸੁਚੱਜੇ ਢੰਗ ਦੇ ਨਾਲ, ਸੁਹੇਲੇ ਢੰਗ ਦੇ ਨਾਲ, ਬੜੀ ਆਸਾਨੀ ਦੇ ਨਾਲ ਸੁਲਝਾ ਸਕਦੇ ਹਾਂ। ਜਿਸ ਪਾਵਨ ਬਾਣੀ ਦਾ ਤੁਸੀਂ ਪਾਠ ਸ਼ਰਵਣ ਕੀਤਾ ਹੈ, ਇਹ ਪਾਵਨ ਬਾਣੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੈ। ਸਤਿਗੁਰੂ ਜੀ ਇਹਨਾਂ ਦੋ ਪੰਕਤੀਆਂ ਦੇ ਅੰਦਰ ਸਾਨੂੰ ਜੀਵਨ ਜਾਚ ਦਾ ਬੜਾ ਅਹਿਮ ਖਜ਼ਾਨਾ ਸਾਡੇ ਸਾਹਮਣੇ ਪ੍ਰਸਤੁਤ ਕਰਦੇ ਹਨ। ਸਤਿਗੁਰੂ ਜੀ ਸਮਝਾਉਂਦੇ ਹਨ, ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਐ ਕਿਛ ਕਹੀਐ, ਕਿ ਜਦੋਂ ਤੱਕ ਇਨਸਾਨ ਇਸ ਸੰਸਾਰ ਦੇ ਵਿੱਚ ਹੈ ਉਸ ਨੂੰ ਜ਼ਰੂਰਤ ਪੈਂਦੀ ਹੈ ਕਿਸੇ ਨਾ ਕਿਸੇ ਨਾਲ ਵਿਚਾਰ ਕਰਨ ਦੀ ਜ਼ਰੂਰਤ ਪੈਂਦੀ ਹੈ। ਕਿਉਂਕਿ ਇਸ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਇਨਸਾਨ ਇਕੱਲਾ ਜ਼ਿੰਦਗੀ ਬਤੀਤ ਨਹੀਂ ਕਰ ਸਕਦਾ। ਉਸ ਨੂੰ ਆਪਣੇ ਆਲੇ ਦੁਆਲੇ ਦੀ, ਸਮਾਜ ਦੀ ਬਹੁਤ ਵੱਡੀ ਜ਼ਰੂਰਤ ਹੈ। ਆਪਣੇ ਭਾਵਾਂ ਨੂੰ ਪ੍ਰਗਟ ਕਰਨ ਦੇ ਲਈ, ਆਪਣੇ ਦੁੱਖਾਂ ਨੂੰ ਸੁਣਾਉਣ ਦੇ ਲਈ ਅਤੇ ਆਪਣੇ ਸੁੱਖਾਂ ਨੂੰ ਵੰਡਣ ਦੇ ਲਈ ਸਮਾਜ ਦੀ ਜ਼ਰੂਰਤ ਹੈ। ਸਮਾਜ ਤੋਂ ਬਿਨਾਂ ਮਨੁੱਖ ਦੀ ਗੱਡੀ ਨਹੀਂ ਚੱਲ ਸਕਦੀ। ਜਿਸ ਤਰ੍ਹਾਂ ਇੱਕ ਗੱਡੀ ਹੈ, ਉਹ ਕਦੀ ਵੀ ਇੱਕ ਟਾਇਰ 'ਤੇ ਨਹੀਂ ਤੁਰ ਸਕਦੀ। ਉਸ ਗੱਡੀ ਨੂੰ ਚਲਾਉਣ ਵਾਸਤੇ ਦੋ ਪਹੀਏ ਚਾਹੀਦੇ ਨੇ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਕਹਿੰਦੇ, ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਐ ਕਿਛ ਕਹੀਏ। ਕਿਸੇ ਦੀ ਗੱਲ ਨੂੰ ਸੁਣਨਾ ਪਏਗਾ ਅਤੇ ਆਪਣੀ ਗੱਲ ਨੂੰ ਕਹਿਣਾ ਪਵੇਗਾ। ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆਂ ਮਰ ਰਹੀਏ। ਇਸ ਸੰਸਾਰ ਦੇ ਅੰਦਰ ਜਿੰਨੀਆਂ ਵੀ ਜੰਗਾਂ ਹੋਈਆਂ ਨੇ, ਉਹਨਾਂ ਜੰਗਾਂ ਦਾ ਫੈਸਲਾ ਅੰਤ ਸਮੇਂ ਗੱਲਬਾਤ ਦੇ ਨਾਲ ਹੀ ਨਿਬੜਿਆ ਹੈ, ਜਿਸ ਨੂੰ ਆਪਾਂ ਡਾਇਲੋਗ ਵੀ ਕਹਿ ਸਕਦੇ ਹਾਂ, ਸੰਵਾਦ ਵੀ ਕਹਿ ਸਕਦੇ ਹਾਂ। ਸੰਵਾਦ ਜਿੰਨਾ ਸਮੇਂ ਤੱਕ ਵਾਦ ਵਿਵਾਦ ਦਾ ਵਿਸ਼ਾ ਬਣਿਆ ਹੈ, ਸੰਵਾਦ ਜਿੰਨਾ ਸਮੇਂ ਤੱਕ ਵਾਦ ਵਿਵਾਦ ਦਾ ਵਿਸ਼ਾ ਬਣਿਆ ਰਹੇਗਾ, ਉਹਨਾਂ ਸਮੇਂ ਤੱਕ ਉਸ ਦੇ ਵਿੱਚੋਂ ਕੋਈ ਵੀ ਹੱਲ ਨਹੀਂ ਨਿਕਲ ਸਕਦਾ। ਕਿਉਂਕਿ ਵਾਦ ਵਿਵਾਦ ਦੇ ਅੰਦਰ ਕਿਸੇ ਦੇ ਵੀ ਪ੍ਰਤੀ ਆਪਣੀ ਗੱਲ ਨੂੰ ਮਨਾਉਣ ਦਾ ਹਾਵ ਭਾਵ ਹੁੰਦਾ ਹੈ ਕਿ ਜਿਹੜਾ ਬੰਦਾ ਇੱਕ ਵੱਡੀ ਧਿਰ ਹੈ, ਉਹ ਕਹਿੰਦੀ ਹੈ ਕਿ ਵਾਦ ਵਿਵਾਦ ਦੇ ਜ਼ਰੀਏ ਮੈਂ ਆਪਣੇ ਵਾਦ ਵਿਵਾਦ ਦੇ ਨਾਲ ਦੂਸਰੇ ਬੰਦੇ ਨੂੰ ਕਿਸੇ ਨਾ ਕਿਸੇ ਤਰੀਕੇ ਦਬਾ ਲਵਾਂ। ਸੰਵਾਦ ਦੇ ਅੰਦਰ
ਆਪਣੀ ਗੱਲ ਕਹਿਣ ਤੋਂ ਪਹਿਲਾਂ ਦੂਜੇ ਦੀ ਗੱਲ ਸੁਣੀ ਜਾਂਦੀ ਹੈ ਕਿ ਭਾਈ ਤੇਰੀ ਗੱਲ ਵੀ ਸੁਣ ਲਈ, ਇਹਨਾਂ ਦੇ ਵਿੱਚੋਂ ਠੀਕ ਕੀ ਹੈ, ਅਸੀਂ ਮਿਲ ਕੇ ਫੈਸਲਾ ਕਰ ਲਵਾਂਗੇ, ਅਸੀਂ ਮਿਲ ਕੇ ਇਸ ਗੱਲ ਨੂੰ ਤੈਅ ਕਰ ਲਵਾਂਗੇ ਇਹਨਾਂ ਦੋਨਾਂ ਦੇ ਵਿੱਚੋਂ ਗੱਲ ਸਹੀ ਕਿਹੜੀ ਹੈ। ਪਰ ਉਸ ਤੋਂ ਪਹਿਲਾਂ ਇਹ ਗੱਲ ਜ਼ਰੂਰੀ ਹੈ ਕਿ ਦੂਸਰੇ ਦੀ ਗੱਲ ਨੂੰ ਸੁਣਿਆ ਜਾਵੇ, ਦੂਸਰੇ ਦੀ ਗੱਲ ਨੂੰ ਸੁਣਿਆ ਜਾਵੇ। ਤਾਂ ਹੀ ਤਾਂ ਸਤਿਗੁਰੂ ਜੀ ਨੇ ਕਿਹਾ ਹੈ, ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਕੁਦਰਤ ਦਾ ਵਿਧਾਨ ਵੀ ਇਹੀ ਹੈ ਕਿ ਉਸ ਕੁਦਰਤ ਨੇ, ਉਸ ਕਾਇਨਾਤ ਨੇ ਸਾਡੀ ਜਿਹਬਾ ਇੱਕ ਹੈ ਤੇ ਕੰਨ ਸਾਡੇ ਦੋ ਲਾਏ ਨੇ। ਕਿਉਂ ਲਾਏ ਨੇ? ਕਿਉਂਕਿ ਗੱਲ ਨੂੰ ਸੁਣਨ ਦੇ ਵੱਲ ਤਵੱਜੋ ਜ਼ਿਆਦਾ ਦੇਣੀ ਹੈ, ਗੱਲ ਨੂੰ ਸੁਣਨ ਦੇ ਵੱਲ ਤਵੱਜੋ ਜ਼ਿਆਦਾ ਦੇਣੀ ਹੈ। ਪਰ ਮਨੁੱਖ ਇਸ ਦੇ ਉਲਟ ਕਰਦਾ ਹੈ, ਸੁਣਦਾ ਘੱਟ ਹੈ ਤੇ ਕਹਿੰਦਾ ਜ਼ਿਆਦਾ ਹੈ, ਆਖ ਜ਼ਿਆਦਾ ਰਿਹਾ ਹੈ। ਤੇ ਜਪਜੀ ਸਾਹਿਬ ਦੀ ਪੌੜੀਆਂ ਨੂੰ ਦੇਖੀਏ, ਸਤਿਗੁਰੂ ਜੀ ਨੇ ਪਹਿਲਾਂ ਸੁਣਨ ਦੀ ਗੱਲ ਕੀਤੀ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਕਿ ਸੁਣਨਾ ਹੈ। ਸੁਣਨ ਤੋਂ ਬਾਅਦ ਸਤਿਗੁਰੂ ਜੀ ਮੰਨਣ ਦੀ ਗੱਲ ਕਰਦੇ ਨੇ ਕਿ ਸੁਣ ਕੇ ਮੰਨਣਾ ਹੈ ਭਾਈ। ਜੇਕਰ ਸੁਣ ਕੇ ਮੰਨ ਲਵੇਂਗਾ ਤੇ ਸਤਿਗੁਰੂ ਆਖਦੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾ ਮਾਣ। ਜਿਨ੍ਹਾਂ ਨੇ ਸੁਣ ਕੇ ਮੰਨਿਆ ਹੈ ਉਹ ਪ੍ਰਵਾਨ ਹੋ ਗਏ ਨੇ। ਸੋ ਗੁਰੂ ਪਿਆਰਿਓ, ਇਸ ਦੁਨੀਆ ਦੇ ਇਤਿਹਾਸ ਨੂੰ ਫਰੋੜ ਕੇ ਵੇਖ ਲਈਏ, ਸੰਸਾਰ ਦੇ 2 ਮਹਾਯੁੱਧ ਹੋਏ ਨੇ ਤੇ ਉਹਨਾਂ ਯੁੱਧਾਂ ਦਾ ਜਿਹੜਾ ਅੰਤਿਮ ਸਮਾਂ ਹੈ, ਅੰਤ ਦੇ ਵਿੱਚ ਗੱਲਬਾਤ ਦੇ ਮਾਧਿਅਮ ਦੇ ਰਾਹੀਂ ਹੀ ਹੱਲ ਹੋਇਆ ਹੈ। ਹੱਲ ਉਦੋਂ ਹੋਇਆ ਹੈ ਜਦੋਂ ਦੋਨੋਂ ਧਿਰਾਂ ਇੱਕ ਸਟੇਜ ਤੇ ਇੱਕ ਬਰਾਬਰ ਹੋ ਕੇ ਪਹੁੰਚ ਗਈਆਂ ਨੇ। ਸੋ ਗੁਰੂ ਪਿਆਰਿਓ, ਸਤਿਗੁਰੂ ਜੀ ਕਿਰਪਾ ਕਰਨ, ਮਿਹਰਮਤ ਕਰਨ। ਅੱਜ ਅਜੋਕੇ ਸੰਦਰਭ ਦੇ ਅੰਦਰ ਜੋ ਸਮਾਂ ਚੱਲ ਰਿਹਾ ਹੈ, ਜਿਹੜੀ ਹਾਕਮ ਧਿਰ ਹੈ ਉਹ ਆਪਣੀ ਗੱਲ ਕਹਿਣ ਨੂੰ ਤਾਂ ਅੱਗੇ ਹੈ, ਆਪਣੀ ਗੱਲ ਮਨਾਉਣੀ ਚਾਹੁਣ ਦੇ ਲਈ ਦੂਸਰੇ ਦੀ ਗੱਲ ਨੂੰ ਦਬਾਉਣਾ ਚਾਹੁੰਦੀ ਹੈ, ਉਹਨਾਂ ਦੀਆਂ ਗੱਲਾਂ ਨੂੰ ਦਬਾਉਣਾ ਚਾਹੁੰਦੀ ਹੈ, ਉਹਨਾਂ ਦੇ ਹੱਕਾਂ ਨੂੰ ਦਬਾਉਣਾ ਚਾਹੁੰਦੀ ਹੈ। ਭਾਵ ਕਿ ਸੁਣਨ ਤੋਂ ਪਹਿਲਾਂ ਹੀ ਕਿਹਾ ਜਾ ਰਿਹਾ ਹੈ। ਸੋ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਹੈ ਸਿੱਧ ਗੋਸ਼ਟ। 938 ਅੰਕ ਤੋਂ ਸਤਿਗੁਰਾਂ ਦੀ ਬਾਣੀ ਸ਼ੁਰੂ ਹੁੰਦੀ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਬਾਣੀ ਦੇ ਅੰਦਰ ਸਿੱਧਾਂ ਦੇ ਨਾਲ ਵਾਰਤਾਲਾਪ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਦੀ ਸਿੱਧਾਂ ਦੇ ਨਾਲ ਕਈ ਥਾਵਾਂ 'ਤੇ ਚਰਚਾ ਹੋਈ ਹੈ, ਕਈ ਥਾਵਾਂ 'ਤੇ ਵਿਚਾਰ ਵਟਾਂਦਰਾ ਹੋਇਆ ਹੈ। ਉਹ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਈ ਸਵਾਲ ਜਵਾਬ ਕੀਤੇ ਤੇ ਸਤਿਗੁਰੂ ਜੀ ਬੜੇ ਠਰਮੇ ਦੇ ਨਾਲ ਉਹਨਾਂ ਸਵਾਲਾਂ ਦੇ ਜਵਾਬ ਦਿੰਦੇ ਨੇ। ਤੇ ਸਤਿਗੁਰੂ ਜੀ ਨੂੰ ਸਿੱਧ ਸਵਾਲ ਕਰਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਿੱਧ ਬਾਲਾ ਕਹਿ ਕੇ ਬੁਲਾਉਂਦੇ ਨੇ, ਭਾਵ ਕਿ ਬੱਚਾ। ਕਿਉਂਕਿ ਜੇਕਰ ਉਮਰਾਂ ਦਾ ਹਿਸਾਬ ਲਾਈਏ, ਉਮਰ ਦੇ ਅਕੋਰਡਿੰਗ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਸਿੱਧਾਂ ਦੇ ਨਾਲੋਂ ਉਸ ਸਮੇਂ ਬਹੁਤ ਘੱਟ ਸੀ ਤੇ ਸਤਿਗੁਰੂ ਜੀ ਨੂੰ ਬਾਲਾ ਕਹਿੰਦੇ ਨੇ, ਬੱਚਾ ਕਹਿ ਕੇ ਸੰਬੋਧਨ ਕਰਦੇ ਨੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਕਿਉਂਕਿ ਦੋਨਾਂ ਦੇ ਵਿੱਚ ਜੇਕਰ ਦੋਨਾਂ ਦੇ ਵਿਚਾਰਾਂ ਦੀ ਗੱਲ ਕਰੀਏ, ਦੋਨਾਂ ਦੇ ਆਪਸੀ ਵਿਚਾਰਾਂ ਦੀ ਗੱਲ ਕਰੀਏ ਤਾਂ ਦੋਨਾਂ ਦੇ ਵਿਚਾਰਾਂ ਦੇ ਵਿੱਚ ਕਾਫੀ ਮਤਭੇਦ ਨੇ। ਸਿੱਧ ਜਿਹੜੇ ਨੇ ਉਹ ਮੁਕਤ ਪ੍ਰਾਪਤੀ ਦੇ ਲਈ ਘਰ-ਬਾਰ ਤਿਆਗਣ ਨੂੰ, ਘਰ-ਬਾਰ ਤਿਆਗ ਕੇ ਜੰਗਲਾਂ ਦੇ ਵਿੱਚ ਸਮਾਧੀ ਲਾਉਣ ਦੀ ਜਿਹੜੀ ਪ੍ਰੋੜਤਾ ਕਰਦੇ ਨੇ। ਤੇ ਦੂਜੇ ਪਾਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ ਦੀ ਗੱਲ ਕਰਦੇ ਸਤਿਗੁਰੂ ਜੀ ਬਾਣੀ ਦੇ ਅੰਦਰ। ਸੋ ਗੁਰੂ ਪਿਆਰਿਓ, ਸਤਿਗੁਰੂ ਗੁਰੂ ਗਰੀਬ ਨਵਾਜ ਮਹਾਰਾਜ, ਉਹਨਾਂ ਸਿੱਧਾਂ ਦੇ ਨਾਲ ਵਾਰਤਾਲਾਪ ਹੁੰਦੀ ਹੈ। ਸਿੱਧ ਆਪਣੇ ਸਵਾਲ ਕਰਦੇ ਨੇ। ਸਿੱਧ ਕਹਿੰਦੇ ਨੇ, ਪਵਨ ਆਰੰਭ ਸਤਿਗੁਰੂ ਮਤ ਵੇਲਾ, ਸ਼ਬਦ ਗੁਰੂ ਸੁਰਤ ਗੁਰ ਧੁਨ ਚੇਲਾ। ਕਹਿੰਦੇ ਕਿ ਤੁਹਾਡਾ ਗੁਰੂ ਕੌਣ ਹੈ, ਤੁਸੀਂ ਕਿਸ ਦੇ ਚੇਲੇ ਹੋ, ਕਵਣ ਗੁਰੂ ਕਿਸਕਾ ਤੂੰ ਚੇਲਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਸਿੱਧਾਂ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਹਿੰਦੇ ਨੇ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਿ ਮੇਰਾ ਜਿਹੜਾ ਗੁਰੂ ਹੈ ਉਹ ਸ਼ਬਦ ਹੈ ਤੇ ਇਹ ਸ਼ਬਦ ਮੇਰਾ ਗੁਰੂ ਹੁਣ ਤੋਂ ਨਹੀਂ ਹੈ, ਜਦੋਂ ਤੋਂ ਇਹ ਸ੍ਰਿਸ਼ਟੀ ਦਾ ਆਰੰਭ ਸੀ, ਇਸ ਸ੍ਰਿਸ਼ਟੀ ਦੇ ਆਰੰਭ ਤੋਂ ਪਹਿਲਾਂ ਦਾ ਮੇਰਾ ਗੁਰੂ ਸ਼ਬਦ ਹੈ। ਉਹ ਆਦ ਸੱਚ ਹੈ, ਉਹ ਜੁਗਾਦ ਸੱਚ ਹੈ, ਉਹ ਹੈ ਭੀ ਸੱਚ ਹੈ, ਉਹ ਨਾਨਕ ਹੋਸੀ ਭੀ ਸੱਚ ਹੈ। ਸੋ ਗੁਰੂ ਪਿਆਰਿਓ, ਜੇਕਰ ਦੇਖਿਆ ਜਾਵੇ ਅੱਜ ਦੇ ਅਜੋਕੇ ਸਮੇਂ ਦੇ ਅੰਦਰ
ਜੋ ਇੱਕ ਬਹੁਤ ਵੱਡਾ ਅੰਦੋਲਨ ਚੱਲ ਰਿਹਾ ਹੈ, ਜਿਸ ਨੂੰ ਅਸੀਂ ਕਿਸਾਨੀ ਅੰਦੋਲਨ ਵੀ ਆਖਦੇ ਹਾਂ, ਜਿਸ ਦੇ ਵਿੱਚ ਸਰਕਾਰ ਉੱਪਰ ਦੀ ਚਾਹੁੰਦੀ ਹੈ ਕਿ ਗੱਲਬਾਤ ਦੇ ਰਾਹੀਂ ਮਸਲਾ ਹੱਲ ਕੀਤਾ ਜਾਵੇ, ਪਰ ਉਸ ਦੇ ਵਿੱਚ ਇੱਕ ਸਰਕਾਰ ਦੀ ਇੱਕ ਪਾਲਿਸੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਗੱਲਬਾਤ ਦੇ ਰਾਹੀਂ ਮਸਲਾ ਤਾਂ ਹੀ ਹੱਲ ਹੋਵੇਗਾ ਨਾ ਜੇਕਰ ਦੂਸਰੇ ਦੀ ਗੱਲ ਸੁਣੀ ਵੀ ਜਾਏਗੀ। ਜੇਕਰ ਆਪਣੀ ਗੱਲ ਮਨਾਉਣੀ ਹੈ, ਆਪਣੀ ਗੱਲ ਅੱਗੇ ਰੱਖਣੀ ਹੈ, ਤਾਂ ਫਿਰ ਤਾਂ ਗੱਲਬਾਤ ਦੇ ਰਾਹੀਂ ਮਸਲਾ ਹੱਲ ਹੋਣ ਵਾਲਾ ਨਹੀਂ ਹੈ। ਫਿਰ ਤਾਂ ਇੱਕ ਫੋਕੀ ਗੱਲ ਦਿਖਾਈ ਜਾ ਰਹੀ ਹੈ ਕਿ ਦੇਖੋ ਭਾਈ, ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਗੱਲ ਤਾਂ ਸਾਡੀ ਸਹੀ ਹੈ, ਗੱਲ ਤਾਂ ਅਸੀਂ ਸੱਚੀ ਕਰ ਰਹੇ ਹਾਂ, ਅਸੀਂ ਤੁਹਾਨੂੰ ਸਮਝਾ ਦਿੰਦੇ ਹਾਂ ਕਿ ਅਸੀਂ ਗੱਲ ਸੱਚੀ ਕਰ ਰਹੇ ਹਾਂ, ਤੁਹਾਨੂੰ ਭੁਲੇਖਾ ਹੈ। ਦੂਸਰੇ ਦੀ ਗੱਲ ਸੁਣੀ ਨਹੀਂ ਜਾ ਰਹੀ। ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਸਤਿਗੁਰੂ ਆਖਦੇ ਕਿ ਦੂਜੇ ਦੀ ਗੱਲ ਸੁਣਨੀ ਪਹਿਲਾਂ ਹੈ। ਜੇਕਰ ਸੁਣਨੀ ਚਾਹੀਦੀ ਹੈ ਦੂਸਰੇ ਦੀ ਗੱਲ, ਤੇ ਸਤਿਗੁਰੂ ਆਖਦੇ ਕਿ ਆਪਣੀ ਗੱਲ ਕਹਿਣ ਦੇ ਜ਼ਰੀਏ ਹੀ ਭਾਲ ਰਹੇ ਹਮ ਰਹਿਣ ਨਾ ਪਾਇਆ, ਜੀਵਤਿਆਂ ਮਰ ਰਹੀਏ। ਭਾਵ ਕਿ ਇਸ ਤਰ੍ਹਾਂ ਦਾ ਸਮਾਂ ਹੈ ਕਿ ਜਿਉਂਦੇ ਜੀ ਹੀ ਮਰੇ ਪਏ ਹਾਂ, ਜਿਉਂਦੇ ਜੀ ਹੀ ਮਰੇ ਪਏ ਹਾਂ। ਸੋ ਗੁਰੂ ਪਿਆਰਿਓ, ਸਤਿਗੁਰੂ ਨੇ ਅਪਾਰ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਇੱਕ ਸ਼ਾਇਰ ਨੇ ਬੜਾ ਸੁੰਦਰ ਆਖਿਆ ਹੈ, ਇੱਕ ਸ਼ਾਇਰ ਨੇ ਬੜਾ ਸੁੰਦਰ ਆਖਿਆ ਹੈ, ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਗਮਨ ਤੋਂ ਪਹਿਲਾਂ ਇੱਥੇ ਦੇ ਲੋਕਾਂ ਦੀ ਹਾਲਾਤ ਨੂੰ ਬਿਆਨ ਕੀਤਾ ਇੱਕ ਕਵੀ ਨੇ। ਕਹਿੰਦੇ ਇਹ ਉੱਥੋਂ ਦੇ ਲੋਕਾਂ ਦੇ ਹਾਲਾਤ ਕਿਹੋ ਜਿਹੇ ਸਨ। ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੜੇ ਤੋ ਡਰ ਸੇ ਮਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ। ਕਹਿੰਦਾ ਕੰਮ ਸਾਡਾ ਤਕੜੀ ਤੋਲਣਾ ਸੀ, ਚਿੜੀ ਉੜਦੀ ਸੀ, ਡਰ ਦੇ ਨਾਲ ਮਰ ਜਾਂਦੇ ਸਾਂ। ਦੁਸ਼ਮਣ ਨਾਲ ਲੜਨਾ ਤਾਂ ਦੂਰ ਦੀ ਗੱਲ ਹੈ, ਕਿਉਂਕਿ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ ਸੀ। ਜਿਹੜਾ ਵੀ ਹਮਲਾਵਰ ਆਉਂਦਾ ਹੈ ਉਹ ਪੰਜਾਬ ਦੇ ਰਸਤੇ ਦੇ ਰਾਹੀਂ ਹੀ ਆਉਂਦਾ ਸੀ, ਇੱਥੋਂ ਦੇ ਲੋਕਾਂ ਨੂੰ ਲੁੱਟਦਾ ਸੀ, ਮਾਰਦਾ ਸੀ। ਤਾਂ ਹੀ ਤਾਂ ਪੂਰਨ ਸਿੰਘ ਨੇ ਕਿਹਾ ਹੈ, ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ, ਕਿ ਪੰਜਾਬ ਜਿਉਂਦਾ ਹੈ ਗੁਰਾਂ ਦੇ ਨਾਂ ਤੇ। ਤੇ ਗੁਰੂ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਕਿ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਕਿ ਭਈ ਜੇਕਰ ਇੱਜ਼ਤ ਗਵਾ ਕੇ ਜਿਉਣਾ ਹੈ, ਤੇਰੇ ਉਸ ਜਿਉਣੇ ਦਾ ਕੋਈ ਲਾਭ ਨਹੀਂ ਹੈ। ਜੇਕਰ ਇੱਜ਼ਤ ਗਵਾ ਕੇ ਜਿਉਣਾ ਹੋਇਆ, ਤੇਰੇ ਉਸ ਕੋਈ ਜ਼ਿੰਦਗੀ ਨੂੰ, ਉਸ ਜਿਉਣ ਨੂੰ ਜ਼ਿੰਦਗੀ ਨਹੀਂ ਆਖਿਆ ਜਾ ਸਕਦਾ। ਸੋ ਗੁਰੂ ਪਿਆਰਿਓ, ਸਤਿਗੁਰੂ ਨੇ ਅਪਾਰ ਕਿਰਪਾ ਕੀਤੀ। ਉਸ ਸੁੱਤੀ ਹੋਈ ਅਣਖ ਨੂੰ जगाण दे लई फिर आखिर सदा उठी तो हुई की पंजाब से, हिंद को मरदे कालम ने जगाया ख्वाब से। इत्थों दे लोग जिहड़ी गाफलता दी नींद दे विच सुत्ते पए सन, उस गाफलता दी नींद दे विचों जगाउण दे लई धन साहिब श्री गुरु नानक साहिब महाराज जी ने 4 उदासियां कीतियां। उस 4 उदासियां दे करन दे वेले सतगुरु जी ने हलूणा दे के जगाया। कल काती राजे का साई, धर्म पंकर उड़ रिया, कूड़ अमावस सच चंद्रमा दिसे नाही कह चढ़िया। सतगुरु जी ने एक हिम्मत की कि बाबर नूं क्या तू जाबर है, तेरे कीते हुए फैसले गलत ने, तेरा कीता होया कर्म गलत है। सतगुरु ने अपार किरपा बख्शिश महरामत की साडे उपर। सतगुरु ने अपार किरपा की ते उस इत्थों दे लोकां नूं गाफलता दी नींद दे विचों जगाउण तो लई सतगुरु गुरु नानक साहिब महाराज जी तो लैके साहिब श्री गुरु गोबिंद सिंह महाराज साहिब तक तकरीबन 250 साल का समा लग्या। इस 250 साल के समय के अंदर जिस मनुख की घाड़त की आरंभता धन साहिब श्री गुरु नानक साहिब महाराज जी ने आरंभी सी कि एक मनुख की तस्वीर बनाई सी कि एक मनुख किस तरह का होना चाहिए है। ते साहिब श्री गुरु गोबिंद सिंह महाराज उसकी साकार मूर्त सन। जिहड़े लोग कहते सन ना, काम हमारा तोलन तकड़ी, नंगी करद कबू नहीं पकड़ी, चिड़ी उड़े तो डर से मर जाए, दुश्मन से कैसे लड़ पाए।
ਉਹੀ ਲੋਕ ਗਾਉਂਦੇ ਸਨ, ਰੱਖ ਦੂੰਗਾ ਦਿਲੋਂ ਸੀਨਾ ਚੀਰ ਕੇ ਆਗੇ, एक को रख लूंगा शमशीर के आगे, दुनिया झुकती है तकदीर के आगे, अब तकदीर भी झुकेगी मेरी शमशीर के आगे। ਜਿਹੜੇ ਲੋਕ ਤਕਦੀਰ ਦਾ ਉਲਾਂਭਾ ਦਿੰਦੇ ਸਨ ਕਿ ਸਾਡੀ ਤਕਦੀਰ ਦੇ ਵਿੱਚ ਆਹੀ ਲਿਖਿਆ ਹੋਇਆ ਹੈ, ਉਹਨਾਂ ਲੋਕਾਂ ਨੇ ਹੀ ਤਕਦੀਰ ਨੂੰ ਬਦਲ ਕੇ ਵਿਖਾ ਦਿੱਤਾ। ਉਹਨਾਂ ਲੋਕਾਂ ਨੇ ਹੀ ਤਕਦੀਰ ਨੂੰ ਬਦਲ ਕੇ ਦਿਖਾ ਦਿੱਤਾ। ਸੋ ਗੁਰੂ ਪਿਆਰਿਓ, ਸਤਿਗੁਰੂ ਨੇ ਸਾਨੂੰ ਜਿਉਣਾ ਸਿਖਾਇਆ ਹੈ ਕਿ ਜਿਉਣਾ ਕਿਵੇਂ ਹੈ। ਤਾਂ ਹੀ ਅਜੋਕੇ ਸਮੇਂ ਦੇ ਅੰਦਰ ਜੇਕਰ ਆਪਾਂ ਕਹੀਏ ਨਾ, ਪੰਜਾਬ ਅੰਦੋਲਨ ਨੂੰ ਲੀਡ ਕਰ ਰਿਹਾ ਹੈ, ਪੰਜਾਬ ਦੇ ਲੋਕਾਂ ਦੇ ਵਿੱਚ ਲੀਡਰਸ਼ਿਪ ਹੈ, ਅੱਜ ਕਿਸਾਨੀ ਅੰਦੋਲਨ ਨੂੰ ਪੰਜਾਬ ਲੀਡ ਕਰ ਰਿਹਾ ਹੈ। ਇਹ ਰੁਤਬਾ ਕਿੱਥੋਂ ਆਉਂਦਾ ਹੈ, ਇਹ ਹੌਸਲਾ ਕਿੱਥੋਂ ਆਉਂਦਾ ਹੈ? ਸਤਿਗੁਰਾਂ ਦੀ ਬਾਣੀ ਦੇ ਮਾਧਿਅਮ ਦੇ ਰਾਹੀਂ ਇਹ ਸਾਨੂੰ ਹੌਸਲਾ ਮਿਲ ਰਿਹਾ ਹੈ। ਸਤਿਗੁਰੂ ਜੀ ਦੀ ਬਾਣੀ ਨੇ ਸਾਡੇ ਅੰਦਰ ਇਹ ਭਰਿਆ ਹੋਇਆ ਹੈ ਕਿ ਭਾਈ ਇੱਜ਼ਤ ਗਵਾ ਕੇ ਕੋਈ ਜਿਉਣਾ ਨਹੀਂ ਹੈ, ਇੱਜ਼ਤ ਗਵਾ ਕੇ ਜਿਉਣਾ ਨਹੀਂ ਹੈ। ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜੇਕਰ ਆਪਣੀ ਗੱਲ ਨੂੰ ਕਿਸੇ ਦੇ ਸਾਹਮਣੇ ਰੱਖਣ ਦਾ ਮਾਦਾ ਹੈ ਤੇ ਸਾਨੂੰ ਗੁਰਬਾਣੀ ਦੇ ਵਿੱਚ ਆਉਂਦਾ ਹੈ, ਇਹ ਸਾਨੂੰ ਗੁਰਬਾਣੀ ਦੇ ਮਾਧਿਅਮ ਦੇ ਰਾਹੀਂ ਪਤਾ ਲੱਗਦਾ ਹੈ। ਇਤਿਹਾਸ ਗਵਾਹੀ ਭਰਦਾ ਹੈ। ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਨੇ ਪੁੱਛਿਆ ਸੀ ਕਿ ਮਹਾਰਾਜਾ ਜੀ, ਤੁਹਾਡੇ ਘਰ ਦੇ ਮਹਿਲ ਦੇ ਸ਼ੀਸ਼ੇ ਕਿਉਂ ਟੁੱਟੇ ਹੋਏ ਨੇ? ਤੁਸੀਂ ਪੰਜਾਬ ਦੇ ਰਾਜਾ ਹੋ, ਤੁਹਾਡੇ ਘਰ ਦੇ ਮਹਿਲ ਦੇ ਸ਼ੀਸ਼ੇ ਟੁੱਟੇ ਹੋਣ? ਇਹ ਤਾਂ ਹੋ ਹੀ ਨਹੀਂ ਸਕਦਾ, ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਤੇ ਮਹਾਰਾਜਾ ਰਣਜੀਤ ਸਿੰਘ ਆਖਣ ਲੱਗੇ ਕਿ ਮੈਂ ਸ਼ੀਸ਼ੇ ਨਵੇਂ ਪਵਾ ਦਿੰਦਾ ਹਾਂ। ਸ਼ੀਸ਼ੇ ਨਵੇਂ ਪਵਾਏ। ਅਗਲੀ ਸਵੇਰ ਕੁਝ ਨਿਹੰਗ ਸਿੰਘ ਘੋੜਿਆਂ 'ਤੇ ਚੜ੍ਹ ਕੇ ਆਏ ਨੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਨੂੰ ਪੱਥਰ ਮਾਰਿਆ, ਸ਼ੀਸ਼ੇ ਫੇਰ ਭੰਨ ਦਿੱਤੇ ਤੇ ਉੱਚੀ ਦੇਣੀ ਆਵਾਜ਼ਾਂ ਦੇ ਕੇ ਆਖਿਆ ਕਿ ਕਾਣਿਆ, ਇਹ ਤੇਰਾ ਰਾਜ ਨਹੀਂ, ਇਹ ਖਾਲਸੇ ਦਾ ਰਾਜ ਹੈ। ਸੋ ਗੁਰੂ ਪਿਆਰਿਓ, ਗੱਲ ਉੱਥੇ ਸ਼ੀਸ਼ਿਆਂ ਦੀ ਨਹੀਂ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਅਹਿਸਾਸ ਦਿਵਾਉਣਾ ਸੀ ਕਿ ਕਿਤੇ ਹਕੂਮਤ ਦਾ ਨਸ਼ਾ ਸਿਰ 'ਤੇ ਨਾ ਚੜ੍ਹ ਜਾਵੇ। ਤੇ ਸੱਚ ਜਾਣਿਓ, ਜਿੰਨਾ ਸਮੇਂ ਤੱਕ ਅਸੀਂ ਕਿਰਦਾਰ ਨੂੰ ਮੁੱਖ ਰੱਖ ਕੇ, ਕਰੈਕਟਰ ਨੂੰ ਮੁੱਖ ਰੱਖ ਕੇ ਫੈਸਲੇ ਕਰਦੇ ਰਹੇ ਹਾਂ ਕਿ ਜੋ ਕਿਸੇ ਚੀਜ਼ ਦਾ ਹੱਕਦਾਰ ਹੈ ਉਸ ਦੇ ਅਕੋਰਡਿੰਗ ਚੱਲਦੇ ਰਹੇ ਹਾਂ, ਉਹਨਾਂ ਟਾਈਮ ਤੱਕ ਸੁਖਾਲੇ ਰਹੇ ਹਾਂ। ਸੋ ਗੁਰੂ ਪਿਆਰਿਓ, ਸੱਚ ਜਾਣਿਓ, ਆਪਾਂ ਗੱਲ ਕਰ ਰਹੇ ਸਾਂ ਅਜੋਕੇ ਸਮੇਂ ਦੇ ਅੰਦਰ ਡਾਇਲੌਗ ਦੀ, ਸੰਵਾਦ ਦੀ। ਸੰਵਾਦ ਅੱਜ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਸੋ ਅੱਜ ਮੀਡੀਆ ਦਾ ਯੁੱਗ ਹੈ ਕਿ ਅੱਜ ਨਿੱਕੀ ਜਿਹੀ ਗੱਲ ਕਹੀ ਇੱਥੇ ਕਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁਣੀ ਜਾ ਸਕਦੀ ਹੈ। ਸੋ ਗੁਰੂ ਪਿਆਰਿਓ, ਸਤਿਗੁਰੂ ਜੀ ਨੇ ਉਸੇ ਸੰਵਾਦ ਦੀ ਸਾਨੂੰ ਜਾਚ ਸਿਖਾਈ ਹੈ ਕਿ ਸੰਵਾਦ ਕਿਵੇਂ ਕਰਨਾ ਹੈ। ਜੇਕਰ ਗੁਰਬਾਣੀ ਨੂੰ ਦੇਖੀਏ, ਸਮੁੱਚੀ ਗੁਰਬਾਣੀ ਸੰਵਾਦ ਦਾ ਬੜਾ ਵੱਡਾ ਨਮੂਨਾ ਸਾਡੇ ਸਾਹਮਣੇ ਹੈ। ਗੁਰਬਾਣੀ ਦਾ ਅਰਥ ਦੋ ਧਾਰੀ ਹੈ। ਗੁਰਬਾਣੀ ਸੰਬੋਧਨ ਕਰਕੇ ਲਿਖੀ ਹੋਈ ਹੈ ਮਨ ਨੂੰ, ਜੀਵ ਆਤਮਾ ਨੂੰ, ਕਿ ਭਾਈ ਗੁਰਬਾਣੀ ਸਮਝਾਉਂਦੀ ਹੈ ਕਿ ਭਾਈ ਜਿੱਥੇ ਤੁਸੀਂ ਆਪਣੀ ਗੱਲ ਕਰਨੀ ਹੈ ਤੇ ਦੂਜੇ ਦੀ ਗੱਲ ਸੁਣਨੀ ਵੀ ਹੈ। ਇਹ ਨਾ ਹੋਵੇ ਕਿ ਤੁਹਾਡੀ ਕਹੀ ਗਈ ਗੱਲ ਦੇ ਵਿੱਚ ਦੂਸਰੇ ਦੀ ਗੱਲ ਨੂੰ ਦਬਾਇਆ ਜਾਂਦਾ ਹੋਵੇ। ਤੇ ਗੁਰਬਾਣੀ ਨੇ ਫਿਰ ਇਹ ਵੀ ਸਿਖਾਇਆ ਹੈ, ਚੂੰਕਾਰ ਅਜ਼ ਹਮਾ ਹੀਲਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਕਿ ਜਦੋਂ ਗੱਲਬਾਤ ਦੇ ਸਾਰੇ ਹਿੱਲੇ ਖਤਮ ਹੋ ਜਾਣ, ਗੱਲਬਾਤ ਦੇ ਰਾਹੀਂ ਕੋਈ ਗੱਲ ਨਾ ਬਣੇ, ਉਦੋਂ ਸ਼ਮਸ਼ੀਰ ਚੁੱਕਣੀ ਵੀ ਜਾਇਜ਼ ਹੈ। ਕਿਉਂਕਿ ਸਤਿਗੁਰਾਂ ਦੀ ਬਾਣੀ ਸਾਨੂੰ ਜੀਵਨ ਸਿਖਾਉਂਦੀ ਹੈ। ਗੁਰਬਾਣੀ ਸਾਡੀਆਂ ਜੜ੍ਹਾਂ ਹਨ, ਗੁਰਬਾਣੀ ਦੀ ਸਾਡੀਆਂ ਜੜ੍ਹਾਂ ਹਨ ਤੇ ਗੁਰਬਾਣੀ ਦੇ ਮਾਧਿਅਮ ਦੇ ਰਾਹੀਂ ਹੀ, ਗੁਰਬਾਣੀ ਦੇ ਰਾਹੀਂ ਹੀ ਅਸੀਂ ਜੀਵਨ ਜਿਉਂਦੇ ਹਾਂ। ਸੋ ਗੁਰੂ ਪਿਆਰੇ, ਸਤਿਗੁਰਾਂ ਦੀ ਬਾਣੀ ਸਾਨੂੰ ਜੀਵਨ ਸਿਖਾਉਂਦੀ ਹੈ। ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ, ਭਾਲ ਰਹੇ ਹਮ ਰਹਿਣ ਨਾ ਪਾਇਆ, ਜੀਵਤਿਆਂ ਮਰ ਰਹੀਐ। ਸੋ ਗੁਰੂ ਪਿਆਰੇ, ਜਦੋਂ ਸਮੇਂ ਤੱਕ ਸਿੱਖਾਂ ਦਾ ਆਧਾਰ ਗੁਰਬਾਣੀ ਹੈ, ਸਿੱਖ ਗੁਰਬਾਣੀ ਨੂੰ ਆਪਣਾ ਆਧਾਰ ਮੰਨ ਕੇ ਆਪਣਾ ਜੀਵਨ ਬਤੀਤ ਕਰਦੇ ਰਹੇ ਹਨ। ਕਦੀ ਉਹ ਵੀ ਸਮਾਂ ਸੀ ਕਿ ਪੰਜਾਬ ਦੇ ਅੰਦਰ ਇਤਿਹਾਸ ਕਹਿੰਦਾ ਹੈ ਕਿ ਗੁੜ ਕਹਿਣ 'ਤੇ ਵੀ ਪਾਬੰਦੀ ਲਾ ਦਿੱਤੀ ਸੀ
कि गुड़ नहीं कहना, भेली कहना है। क्यों भेली क्यों कहना है? क्योंकि गुड़ तो सिखां नूं गुरु चेते आउंदा है, इन्हां नूं गुरु भुलाउणा है। ये गुरबाणी तो दूर होणगे ते आप ही उजड़ जाणगे। ते सच जाणे वो समा भी सी, कहंदे इतिहास दे अंदर कि सिख घोड़ियां दी काठियां दे उपर सन, दो सिख पिठ जोड़ के खड़े हो जाते सन ते उस दे उपर साहब श्री गुरु ग्रंथ साहब महाराज जी का प्रकाश करके सिख गुरबाणी पढ़ते सन। उस समय सिखां ने गुरबाणी विसारी नहीं, गुरु गुरु जपते रहे। भावें वो वेला सी, मुश्किलात दा वेला सी, सिख जंगलों दे विच सन, एक समय की रोटी ते गुजारा भी किया, गुरबाणी नहीं विसारी ते सुखी रहे। ते जेकर साडे कोल गुरबाणी दूर हो गई, सच जाणिओ असी गुरबाणी नूं विसार दिता, गुरबाणी तो दूर हो गए ते सच जाणिओ रुल जावांगे। सो गुरु प्यारे, अजोके समय दे अंदर जरूरत है, साडा कोई भी मसला है जीवन दे विच भी कोई भी मसला है, असी गुरबाणी दी ओट आसरा लैके शुरू करांगे तां वड्डे तो वड्डी मुश्किल नूं सर कर जावांगे। क्योंकि असी तो उदों नहीं घबराए जदों 10 लाख की फौज ने 40 ਸਿੰਘਾਂ ਨੂੰ घेरा पा लिया सी ते अजोके समय की गल तां की आखीए। पर जरूरत है कि गुरबाणी का ओट आसरा लिया जाए, गुरु बाणी नूं अपने जीवन का आधार बना लिया जाए। ते सच जाणिओ अजोके समय के अंदर सरकारां नूं भी इस गल वल ध्यान देण दी जरूरत है कि जब लग दुनिया रहीए नानक किछ सुनीए, पहला सुन लिया जावे, किछ कहीए फिर गल अपनी कही जावे। ये जरूरी है। संवाद का मुख पहलू ही यही है कि अपनी गल रखण की बजाए ये ना होवे कि असी अपनी गल रखनी तो है ही है कि अपनी गल किसी के उपर थोपी जावे, किसी के उपर मड़ी जावे। जिस तरह अज अजोके समय के अंदर 3 काले कानून ने जिहड़े वो जबरदस्ती थोपे जा रहे ने, किसी उपर मड़े जा रहे ने, ते उल्टा की आख्या जा रहा है कि असी इन्हां दा फायदे समझाउण जा रहे हैं, इन्हां दे फायदे दस रहे हैं कि इन्हां दे फायदे की ने। जेकर इतिहास दे विचों झाती मारीए, इतिहास दे विचों झाती मारीए, जदों जदों भी पूंजीपतियां दे हत्थ दे विच कोई सरमाया आया है ते आम पब्लिक दा कचूंबर निकलिया है। अजोके समय के अंदर पिछले इतिहास तो झाती मार लीए कि जदों जदों भी किसी सरमाएदारां दे हत्थ दे विच समुचा संसार आया है ते आम पब्लिक दा कचूंबर निकलिया है। भावें वो खेतर आर्थिक होवे, चाहे वो धार्मिक होवे, भावें समाजिक होवे, कोई भी खेतर होवे, जदों ये किसी जद्दी पुश्ती का किसी के उपर अधिकार हो गया तो सच जाणिओ फिर आम पब्लिक का कचूंबर निकल जाएगा। सो गुरबाणी सतगुरु की सानू इस अजोके समय के अंदर सानू हौसला भी देंदी है, साड़ा दृढ़ निश्चय भी करती है गुरबाणी कि भाई अजोके समय के अंदर जेकर इस अंदोलन नू कामयाब करना है, इस अंदोलन की कामयाबी निश्चित होवेगी जेकर गुरबाणी का ओट आसरा लैके, गुरबाणी दे हुक्म नूं मन के जिस तरह सानू गुरबाणी आदेश करती है उस तरह चलांगे तो सच जाणिओ वो दिन दूर नहीं जिदन साडी निश्चय ही जीत होवेगी। साडी जित पक्की है कदों, जदों असी गुरबाणी का ओट आसरा लैके चलांगे। जब लग दुनिया रहीए नानक किछ सुनिए किछ कहिए, कि अपनी गल जिथे सुननी है कहनी है, दूसरे की गल सुननी भी है। सो सतगुरु जी किरपा करन, बख्शिश करन, महरामत करन। सानू इस औखे घड़े के अंदर असी सतगुरां दे पास यही अरदास करिए कि सतगुरु जीओ सानू हिम्मत बख्शी, बल बख्शी। जिस तरह असी अपने पुरातन इतिहास के विच सुरखरू होकर निखरते रहे हाँ, साडा एका मजबूत रखी, साडा सानू एके दे विच परो के रखी, तां जो इस अंदोलन दे विचों भी असी कामयाब होके निकलीए, मन हाली
ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨੌ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸਾਨੂੰ ਤੂੰ ਕਿਰਸਾਣੀ ਕਰਨੀ ਸਿਖਾਈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਸਾਨੂੰ ਕਰਤਾਰਪੁਰ ਵਿਖੇ ਤੂੰ ਕਿਰਸਾਣੀ ਕਰਨੀ ਸਿਖਾਈ, ਸਾਨੂੰ ਕਿਰਤ ਦੇ ਲੜ ਲਾਇਆ। ਸਾਡੇ ਕੋਲੋਂ ਅੱਜ ਅਜੋਕੇ ਸਮੇਂ ਦੇ ਅੰਦਰ ਸਰਕਾਰਾਂ ਕਿਰਤ ਖੋਣ ਨੂੰ ਫਿਰਦੀਆਂ ਨੇ, ਸਾਡੀ ਕਿਰਤ ਦੇ ਉੱਪਰ ਹਥੌੜਾ ਚਲਾਉਣ ਨੂੰ ਫਿਰਦੀਆਂ ਨੇ। ਇਹ ਗੁਰੂ ਨਾਨਕ ਮਹਾਰਾਜ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ, ਤੇਰੇ ਅਮੋਲਕ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ ਦੇ ਉੱਪਰ ਅਸੀਂ ਪਹਿਰਾ ਦਿੰਦੇ ਰਹੀਏ। ਸਾਡੀ ਕਿਰਤ ਨੂੰ ਬਚਾਉਣ ਦੇ ਲਈ ਆਪਣਾ ਬਖਸ਼ਿਸ਼ਾਂ ਭਰਿਆ ਹੱਥ ਸਾਡੇ ਸਭਨਾਂ ਦੇ ਸਿਰ ਉੱਪਰ ਰੱਖੀ, ਤਾਂ ਜੋ ਤੇਰੇ ਆਸ਼ੇ ਦੇ ਉੱਪਰ ਚੱਲਦੇ ਹੋਏ ਅਸੀਂ ਹਰ ਜੰਗ ਨੂੰ ਫਤਿਹ ਕਰ ਸਕੀਏ। ਸੋ ਵਿਚਾਰਾਂ ਕਰਦੇ ਹੋਏ ਏਕ ਨਹੀਂ ਅਨੇਕ ਭੁੱਲਾਂ ਹੋਈਆਂ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਬਖਸ਼ੇ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।